Hello students, this is Navdeep Kaur Chima from Raikot Public School, Raikot. We are discussing about plus 2's biology. In our previous video, we have discussed about basic idea of immunity. Innate immunity and acquired immunity we have discussed, but with the full explanation today we will start that topic, innate and acquired immunity. Innate, as we have discussed earlier, that it is the immunity present at the time of birth. This is accomplished by providing different types of barriers to the entry of the foreign agents into our body. Innate immunity consists of 4 types of barriers. First one is physical barriers that we have discussed, that is skin is also a physical barrier. Mucus coating of epithelium, lining of respiratory, gastrointestinal and urogenital tracts also helps in trapping microbes entering in our body. Skin prevents the entry of microorganisms, that is type of physical barriers. Physiological barriers, acid in the stomach, saliva in the mouth, tears from the eyes, that all prevent microbial growth, that is a type of physiological barriers. Cellular barriers, certain types of leukocytes means WBCs, white blood cells of our body, like polymorphonuclear leukocytes or neutrophils, we call these monocytes, and natural killer in the blood as well as macrophages in the tissue can phagocytose and destroy microbes. Some cells means कि है रजे कुछ cells इस तरह ਦੇ present ਹੁੰਦੇ ਆਪਣੀ body ਦੇ ਵਿੱਚ ਜਿਹੜੇ foreign material ਦੇ ਉੱਪਰ attack ਕਰਕੇ ਉਹਨਾਂ cells ਨੂੰ ਖਤਮ ਕਰ ਦਿੰਦੇ ਆ foreign cells ਨੂੰ. Next one is cytokine barriers. Virus infected cells secrete proteins called interferons which protect non-infected cells from further viral infection. ਮੀਨਸ ਕੀ ਹੈ ਜੇ ਕੁਝ ਸੈਲਸ ਜੋ ਪਹਿਲਾਂ ਹੀ ਇਫੈਕਟ ਹੋ ਚੁੱਕੇ ਆ ਉਹ ਕੁਛ ਇੱਦਾਂ ਦੇ ਕੈਮੀਕਲਸ ਆ ਜਿਹੜੇ ਉਹ ਪ੍ਰੋਡਿਊਸ ਕਰਦੇ ਆ ਜਿਨ੍ਹਾਂ ਦੇ ਨਾਲ ਆਪਣੇ ਬਾਕੀ ਸੈਲਸ ਆ ਜਿਹੜੇ ਉਹਨਾਂ ਦੇ ਵਿੱਚ ਰੈਜ਼ਿਸਟੈਂਸ ਪ੍ਰੋਵਾਈਡ ਹੋ ਜਾਂਦੀ ਆ ਉਸ ਵਾਇਰਸ ਦੇ ਅਗੇਂਸਟ ਜਿਹਨੇ ਪਹਿਲੇ ਸੈਲਸ ਨੂੰ ਇਫੈਕਟ ਕੀਤਾ ਸੀ. ਇਹ ਨੇ ਰਜੇ 4 ਟਾਈਪ ਦੇ ਬੈਰੀਅਰਸ. ਐਂਡ ਐਕਵਾਇਰਡ ਇਮਿਊਨਿਟੀ ਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਟੂ ਟਾਈਪ ਦੇ ਜੋ ਹੈਗਾ ਰਜੇ ਇਮਿਊਨਿਟੀ ਜੋ ਹੈਗੀ ਹੁੰਦੀ ਹੈ ਸੈਲ ਮੀਡੀਏਟਡ ਇਮਿਊਨ ਸਿਸਟਮ ਐਂਡ ਹਿਊਮੋਰਲ ਔਰ ਐਂਟੀਬੋਡੀ ਮੀਡੀਏਟਡ ਇਮਿਊਨ ਸਿਸਟਮ. ਐਂਟੀਬੋਡੀ ਮੀਡੀਏਟਡ ਇਮਿਊਨ ਸਿਸਟਮ ਦੇ ਵਿੱਚ ਰਜੇ ਆਪਾਂ ਡਿਸਕਸ ਕਰਾਂਗੇ ਸਟਰਕਚਰ ਆਫ ਐਂਟੀਬੋਡੀ. ਸਟਰਕਚਰ ਆਫ ਐਂਟੀਬੋਡੀ ਹੈ ਜਿਹੜੀ ਰਜੇ ਉਹਦੇ ਵਿੱਚ ਕੀ ਆ ਆਪਾਂ ਪ੍ਰੋਪਰ ਇਮਿਊਨੋਗਲੋਬਿਨ ਜੀ ਆ ਜਿਹੜਾ ਉਹਦੀ ਸਟਰਕਚਰ ਆ. This is the structure of immunoglobulin G. Immunoglobulin G ਐਂਟੀਬੋਡੀ ਆ ਰਜੇ Y shaped, Y ਦੀ ਸ਼ੇਪ ਹੁੰਦੀ ਹੈ ਐਂਟੀਬੋਡੀਜ਼ ਦੀ, ਠੀਕ ਹੈ. ਇਹਦੇ ਵਿੱਚ ਜੋ ਹੈਗੀ ਹੈ 2 ਬਾਈਂਡਿੰਗ ਸਾਈਟਸ ਹੁੰਦੀਆਂ ਐਂਟੀਜਨ ਬਾਈਂਡਿੰਗ ਸਾਈਟਸ. ਦੇयर ਆਰ 2 ਐਂਟੀਜਨ ਬਾਈਂਡਿੰਗ ਸਾਈਟਸ ਔਨ ਈਚ ਆਰਮ. ਤੇ 2 ਟਾਈਪ ਦੀਆਂ ਚੇਨਸ ਤੋਂ ਫਾਰਮ ਹੁੰਦੇ ਆ ਰਜੇ ਹੈਵੀ ਚੇਨਸ ਐਂਡ ਲਾਈਟ ਚੇਨਸ. ਦਿਸ ਇਜ਼ ਹੈਵੀ ਚੇਨ, ਲੌਂਗ ਚੇਨ ਹੈ ਤੇ ਇਹ ਸ਼ਾਰਟ ਚੇਨ ਹੈ, ਇਸ ਕਰਕੇ ਇਹਨੂੰ ਆਪਾਂ ਬੋਲ ਦਿੰਦੇ ਆ ਲਾਈਟ ਚੇਨ. ਹੈਵੀ ਚੇਨਸ ਤੇ ਲਾਈਟ ਚੇਨਸ ਇੱਕ ਦੂਸਰੇ ਦੇ ਨਾਲ ਬੌਂਡਡ ਹੁੰਦੀਆਂ ਵਿਦ ਦਾ ਹੈਲਪ ਆਫ ਡਾਈਸਲਫਾਈਡ ਬੌਂਡਸ. ਐਂਡ ਲੌਂਗ ਚੇਨਸ ਤੇ ਜੋ ਸ਼ਾਰਟ ਚੇਨਸ ਆ ਰਜੇ ਉਹਨਾਂ ਦੇ ਵਿੱਚ ਇੰਟਰਾ ਜਿਹੜੇ ਡਾਈਸਲਫਾਈਡ ਬੌਂਡਸ ਵੀ ਪ੍ਰੈਜ਼ੈਂਟ ਹੁੰਦੇ ਨੇ. ਸੋ ਇਹਨਾਂ ਦੇ ਉੱਪਰ ਰਜੇ ਕੀ ਆ ਹੈਵੀ ਚੇਨਸ ਦੇ ਉੱਪਰ 1 2 3 4 5 6 ਜੋ ਹੈਗੀਆਂ ਨੇ 1 2 3 4. ਇੱਕ ਹੈਵੀ ਚੇਨ ਦੇ ਉੱਪਰ 4 ਲੂਪਸ ਹੁੰਦੀਆਂ ਨੇ ਤੇ 2 ਜਿਹੜੇ ਹੈਗੇ ਨੇ ਡਾਈਸਲਫਾਈਡ ਬੌਂਡਸ ਹੁੰਦੇ ਆ ਜਿਹੜੇ ਦੋਨਾਂ ਦੇ ਵਿੱਚ ਹੁੰਦੇ ਨੇ. ਇੰਟਰ ਡਾਈਸਲਫਾਈਡ ਬੌਂਡਸ 2 ਪ੍ਰੈਜ਼ੈਂਟ ਨੇ 1 2 ਤੇ 4 ਇਹਨਾਂ ਦੇ ਉੱਪਰ ਡਾਈਸਲਫਾਈਡ ਜਿਹੜੀਆਂ ਲੂਪਸ ਨੇ ਰਜੇ. ਲਾਈਟ ਚੇਨਸ ਤੇ ਹੈਵੀ ਚੇਨਸ ਦੇ ਵਿੱਚ ਸਿੰਗਲ ਜਿਹੜਾ ਹੈਗਾ ਡਾਈਸਲਫਾਈਡ ਬੌਂਡ ਪ੍ਰੈਜ਼ੈਂਟ ਆ ਤੇ ਲਾਈਟ ਚੇਨਸ ਦੇ ਉੱਪਰ 2 ਡਾਈਸਲਫਾਈਡ ਲੂਪਸ ਆ ਜਿਹੜੀਆਂ ਉਹ ਪ੍ਰੈਜ਼ੈਂਟ ਨੇ. ਕਲੀਅਰ. ਇਹਨਾਂ ਨੂੰ ਆਪਾਂ ਬੋਲ ਦਿੰਦੇ ਆ ਕੌਨਸਟੈਂਟ ਰੀਜ਼ਨਸ ਰਜੇ. ਦੀਜ਼ ਆਰ ਜਿਨ੍ਹਾਂ ਦੇ ਉੱਪਰ ਕੋਈ ਵੀ ਬਾਈਂਡਿੰਗ ਸਾਈਟ ਪ੍ਰੈਜ਼ੈਂਟ ਨਹੀਂ ਹੈ ਤੇ ਜਿਨ੍ਹਾਂ ਦੇ ਉੱਪਰ ਬਾਈਂਡਿੰਗ ਸਾਈਟਸ ਪ੍ਰੈਜ਼ੈਂਟ ਆ ਦੋਜ਼ ਆਰ ਨੋਨ ਐਜ਼ ਵੇਰੀਏਬਲ ਰੀਜ਼ਨਸ.
एंड सेल मीडिएटेड जो इम्यून सिस्टम है रजे सेकेंड टाइप से दिस इज ह्यूमोरल और एंटीजन इम्यून सिस्टम और इम्यून रिस्पॉन्स सैकेंड है रजे सैल मीडिएटेड इम्यूनिटी। सैल मीडिएटेड इम्यूनिटी ਦੇ ਵਿੱਚ ਕੀ ਆਪਣੀ ਬਾਡੀ ਦੇ ਵਿੱਚ ਸਪੈਸ਼ਲ ਟਾਈਪ ਦੇ ਸੈਲਸ ਪ੍ਰੈਜ਼ੈਂਟ ਹੁੰਦੇ ਆ। ਲਿੰਫੋਸਾਈਟਸ ਫਰਦਰ ਟੂ ਟਾਈਪ ਦੇ ਹੁੰਦੇ ਆ ਜੇ ਟੀ ਲਿੰਫੋਸਾਈਟਸ ਐਂਡ ਬੀ ਲਿੰਫੋਸਾਈਟਸ ਜੋ ਆਪਣੀ ਬਾਡੀ ਦੇ ਅੰਦਰ ਜਦੋਂ ਕੋਈ ਐਂਟੀਜਨ ਅਟੈਕ ਕਰ ਰਿਹਾ ਉਸ ਟਾਈਮ ਦੇ ਉੱਪਰ ਜੋ ਹੈਗਾ ਆ ਫਰਦਰ ਕੈਮੀਕਲਸ ਨੇ ਉਹ ਪ੍ਰੋਡਿਊਸ ਕਰਦੇ ਨੇ ਜੋ ਕਿ ਆਪਣੀ ਬਾਡੀ ਨੂੰ ਪ੍ਰੋਟੈਕਟ ਕਰਦਾ ਉਹ ਫੋਰਨ ਐਂਟੀਜਨਸ ਤੋਂ। ਦ ਟੀ ਲਿੰਫੋਸਾਈਟ ਮੀਡੀਏਟ cell mediated immunity very often when some human organs like heart, eye, liver, kidney fail to function satisfactorily. Transplantation is only remedy to enable the patient to live a normal life. The search begins to find a suitable donor. suitable donor ਦੇ ਲਈ means ਕੀ ਹੈ ਰਜੇ ਆਪਾਂ ਕੀ ਹੈ organs ਆ ਜਿਹੜੇ ਉਹਨਾਂ ਦੇ ਲਈ एक स्पैसीफिक डोनर आ जिहड़ा फाइंड आउट करते हैं। ये नहीं है कि आप हर किसी का ऑर्गन आ जिहड़ा ट्रांसप्लांट कर सकते हैं। ईवन ऑर्गनस का जो स्ट्रक्चर है सिमिलर होंदा है क्योंकि क्यों नहीं कर सकते क्योंकि उन्होंने जो सैल्स आ रजे उन्होंने अंदर की जो स्ट्रक्चर आ ब्लड दे विच ऑर्गनस दे विच कुछ इस तरह के लिम्फोसाइट्स प्रैजेंट होंदे आ जिहड़े कि फॉरन जिहड़े सैल्स ने उन्होंने ईजली जो है उन्होंने नाल कंपनसेट नहीं करते। अगर आपां नूं स्पैसीफिक डोनर आ जिहड़ा नहीं मिलता जिहड़ा आपां नूं चाहीदा आ दैन ऑर्गन ट्रांसप्लांटिंग हुंदी है। दैन की है रजे जो अगर उस ऑर्गन दी एंटीबॉडीज़ आ जिहड़ियां अपनी बॉडी दी एंटीबॉडीज़ दे नाल मैच नहीं कर रही उस ऑर्गन नूं अपनी बॉडी दियां एंटीबॉडीज़ डिस्ट्रॉय कर दिंदियां ऑर्गन आ जिहड़ा ट्रांसप्लांट वो फेल हो जाता। Active and passive immunity we have already discussed. Vaccination and immunization we have already discussed Raji. And next is allergy. Allergies means a response for foreign materials also. The exaggerator response of the immune system to certain antigens present in the environment is called allergy. The substance to which an immune response is produced called allergens. The antibodies produced to these are of hemoglobin E. Ig means immunoglobulin. Common examples of allergens are mites in dust, pollens, animal dander, etc. Symptoms of the allergic reactions include sneezing, watery eyes, running nose and difficulty in breathing. Allergy is due to release of chemical like histamine or serotonin from the mast cells. For determining the cause of allergy, patient is exposed or injected with very small doses of possible allergens and the reactions are studied. The use of drugs like antihistamine, adrenaline and steroids quickly reduce the symptoms of allergy. A common cold is also a type of allergy. More and more somehow modern days lifestyle has resulted in lowering of immunity and more sensitivity to allergens. More and more children in metro cities of India suffers from allergies and asthma due to the sensitivity to the environment. This could be because of protected environment provided in early life. Means कि रजे जदों बेबी का बर्थ हुंदा उस टाइम ते आपां जिन्ना उन्होंने जो हैगा सेफ इन्वायरमेंट प्रोवाइड करांगे उन्नी ही उहदी इम्यूनिटी है जिहड़ी वो वीक हुंदी है क्योंकि अर्ली डेवलपमेंटल स्टेजेस दे विच अगर वो इन्हां अलर्जेंस दे वल एक्सपोज नहीं होया दैन की है उहदी बॉडी है जिहड़ी वो उन्नी ही वीक होएगी। बॉडी दे विच वो इम्यूनिटी दे लई एंटीबॉडीज़ आ जां इम्यूनोग्लोबिन्स आ वो बिल्डअप नहीं हो पाउंदी। इम्यून सिस्टम इन द बॉडी रजे दे विच नैक्सट है जो ऑटो इम्यून सिस्टम की गल की गई है। इम्यून सिस्टम ऑल्सो प्लेज एन इंपॉर्टेंट रोल इन एलर्जिक रिएक्शंस, ऑटो इम्यून डिजीजेज एंड ऑर्गन ट्रांसप्लांटेशन। फर्स्ट दिता है रजे लिम्फॉइड ऑर्गनस। लिम्फॉइड ऑर्गनस आ जिहड़े उन्हां दा की रोल है इम्यूनिटी दे विच।
These are the organs where origin or maturation or proliferation of lymphocytes occur. मीनस लिम्फोसाइट्स जो स्पैसीफिक होंगे उन्होंने किहड़े टाइप की इम्यूनिटी है जो बॉडी दे विच प्रोड्यूस करनी आ, वो सारिया चीज़ां ने जिहड़ियां लिम्फोसाइट्स प्रोड्यूस कित्थों हो रहे लिम्फोइड ऑर्गनस तो लिम्फ जिहड़ी हैगी उहदे चों प्रोड्यूस होंदे। द प्राइमरी लिम्फोइड ऑर्गनस आर बोन मैरो एंड थाइमस वेयर इमेच्योर लिम्फोसाइट्स डिफरेंशिएट and proliferation of lymphocytes occur. The primary lymphoid organs are bone marrow and thymus, where immature lymphocytes differentiate into antigen sensitive lymphocytes. After the maturation, lymphocytes migrate to secondary lymphoid organs like spleen, lymph nodes, tonsils, pairs, patches of small intestine and appendix. मीनस की आ मेनली उन्होंने फॉर्म इत्थे होना, उन्होंने प्रोलीफिकेशन, उन्होंने मैचूरेशन और डिफरेंशिएशन मीनस उन्होंने किहड़े टाइप के एंटीजनस के लिए रिएक्ट करना, वो सारिया चीज़ां बोन मैरो ते थाइमस दे विच हुंदियां। फिर उस तो बाद चो माइग्रेट हुंदे ने सैकेंडरी लिम्फोइड ऑर्गनस आ उन्हां दे वल नूं जिथे जाके उन्होंने फंक्शन करना। प्रोडक्शन उन्हां दी इत्थे हो रही है, डिफरेंशिएशन उन्हां दी इत्थे हो रही है, मैच्योरिटी इत्थे हो रही है, बट फंक्शन उन्होंने किसी होर जगह ते जाके करना। The bone marrow is the main lymphoid organ where all blood cells including lymphocytes are produced. Thymus is a lobed organ located near the heart and beneath the breastbone. Thymus is quite large at the time of birth but keeps reducing in size with age, and by the time of puberty it attains it reduced to a very small size. ਬੋਨ ਮੈਰੋ ਆ ਜਿਹੜੀ ਰਜੇ ਉਹਦੇ ਵਿੱਚ ਜਿਹੜੇ ਹੈਗੇ ਨੇ ਔਰਗਨ ਲਿੰਫੋਸਾਈਟਸ ਆ ਜਿਹੜੇ ਇਮੈਚਿਓਰਡ ਫਾਰਮ ਦੇ ਵਿੱਚ ਵੀ ਪ੍ਰੈਜ਼ੈਂਟ ਰਹਿੰਦੇ ਨੇ ਆਪਣੀ ਬਾਡੀ ਦੇ ਵਿੱਚ। ਜੋ ਬੋਨਸ ਦੇ ਵਿੱਚ ਫਲੂਇਡ ਹੁੰਦਾ ਜਿਹਨੂੰ ਆਪਾਂ ਬੋਨ ਮੈਰੋ ਬੋਲਦੇ ਆ, ਉਸ ਫਲੂਇਡ ਤੋਂ ਅਗਰ ਕੋਈ ਆਪਣੀ ਬਾਡੀ ਦੇ ਵਿੱਚ ਇਮਿਊਨ ਸਿਸਟਮ ਦੇ ਰਿਗਾਰਡਿੰਗ ਲਿੰਫੋਸਾਈਟਸ ਦੇ ਰਿਗਾਰਡਿੰਗ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਬੋਨ ਮੈਰੋ ਦੇ ਥਰੂ ਉਹਨੂੰ ਟਰੀਟ ਕਰ ਸਕਦੇ ਹਾਂ। ਨੈਕਸਟ ਨੇ ਰਜੇ ਸਮ diseases, cancer and AIDS that we will discuss in our next video. Thank you. Have a nice day.